ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਗ੍ਰਹਿ ਤਜ ਬਨ ਖੰਡ ਜਾਈਏ ਚੁਨ ਖਾਈਏ ਕੰਦਾ ਅਜ ਹੂੰ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਧ ਭਾਰੀ। ਫਿਰ ਕਹਿੰਦੇ ਨੇ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਬਿਖੇ ਬਿਖੇ ਕੀ ਬਾਸਨਾ ਤਜੀ ਨਾ ਜਾਈ। ਕਈ ਤਰ੍ਹਾਂ ਦੀਆਂ ਵਾਸ਼ਨਾਵਾਂ ਨੇ ਫੁਰਨੇ ਨੇ, ਇੱਕ ਥੋੜਾ ਹੈ। ਬਿਖੇ ਬਿਖੇ ਕੀ ਬਾਸਨਾ ਤਜੀ ਨਾ ਮੇਥੋਂ ਨਹੀਂ ਛੱਡੀ ਜਾਂਦੀ। ਅਨਕ ਯਤਨ ਕਰ ਰਾਖੀਏ ਮਨ ਨੂੰ ਅਨੇਕਾਂ ਯਤਨਾਂ ਨਾਲ ਮੈਂ ਉਧਰੋਂ ਰੱਖਣਾ ਚਾਹੁੰਦਾ। ਫਿਰ ਲਪਟਾਈ ਜਰਾ ਜੀਵਨ ਜੋਬਨ ਗਿਆ। ਜਵਾਨੀ ਲੰਘ ਗਈ ਏ, ਭਵਰ ਗਏ ਬੱਗ ਬੈਠੇ ਆਏ। ਲੰਘ ਗਈ ਏ, ਪਤਾ ਹੀ ਨਹੀਂ ਕਦੋਂ ਲੰਘ ਗਈ। ਜਰਾ ਜੀਵਨ ਜੋਬਨ ਗਿਆ ਹੈ ਵਾਗਰੂ ਕਿਛ ਕੀਆ ਨਾ ਨੀਕਾ। ਮੇਥੋਂ ਕੋਈ ਚੰਗਾ ਕੰਮ ਨਹੀਂ ਹੋਇਆ। ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ। ਬੇਸ਼ਕੀਮਤੀ ਸੀ ਪਰ ਮੈਂ ਕੌਡੀ ਵੀ ਨਹੀਂ ਇਹਦੀ ਵੱਟ ਸਕਦਾ। ਕਾਰਨ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ और हीरे जैसा जन्म है कौडी बदले जाए। नाम ना जाने राम का मूड़े फिर पाछे पछताए रे। ये जीरा निर्मोल को कौडी लग मीका कहो कबीर मेरे माधवा तू सर्वव्यापी तुम समसर नाहे दयाल मोहे समसर पापी। मैं पापी हाँ पर तू ते पतत पावन है। मेथों ते कुछ नहीं सरिया, हुण तू किरपा करके मैनू इस खल जगन विचों कढ लै। हजूर कहंदे ने पर मैं भा ना विजवै ਭਟਕਣ ਕਰਨ ਨਾਲ ਇਧਰ ਉਧਰ ਡੋਲਣ ਨਾਲ ਜੰਗਲਾਂ ਵਿੱਚ ਜਾਣ ਨਾਲ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ ਜੇ ਦੇਸ਼ਾਂ ਦੇਸ਼ਾਂਤਰਾਂ ਦਾ ਵੀ ਮਨੁੱਖ ਭਰਮਣ ਕਰ ਲਵੇ। ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ। ਜਿਹੜੀ ਅੰਦਰ ਮੈਲ ਹੈ ਉਹ ਬਾਹਰਲੇ ਕਰਮ ਕਾਂਡਾਂ ਨਾਲ ਨਹੀਂ ਉਤਰਦੀ। ਸੋਚ ਕਰੇ ਦਿਨ ਸਾਰਾ। ਸੋਚ ਦੇ ਅਰਥ ਚਿੰਤਾ ਨਹੀਂ। ਇਹ ਜਿੱਥੋਂ ਸ਼ਬਦ ਆਏ ਨੇ ਪ੍ਰਾਕਿਰਤ ਰੂਪ ਵਿੱਚ ਉੱਥੇ ਜਾਇਆ ਸ਼ਬਦਾਂ ਦੇ ਅਰਥ ਸਮਝ ਵਿੱਚ ਆਉਂਦੇ ਨੇ। ਤੁਸੀਂ ਆਮ ਤੌਰ ਤੇ ਬਹੁਤ ਸਾਰੇ ਥਾਵਾਂ 'ਚ ਪੰਜਾਬੀ 'ਚ ਵੀ ਅਮੂਮਨ ਹਿੰਦੀ 'ਚ ਪਬਲਿਕ ਪਲੇਸਿਸ ਤੇ ਪੜ੍ਹਿਆ ਹੋਵੇਗਾ ਸ਼ੌਚਾਲਿਆ। ਸ਼ੌਚ ਜਮਾ ਆਲਿਆ। ਜਿਸ ਤਰ੍ਹਾਂ ਵਿਦਿਆ ਜਮਾ ਆਲਿਆ ਬਰਾਬਰੇ ਵਿਦਿਆਲਿਆ, ਇਸ ਤਰ੍ਹਾਂ ਸ਼ੌਚ ਜਮਾ ਆਲਿਆ ਬਰਾਬਰੇ ਸ਼ੌਚਾਲਿਆ। ਸ਼ੌਚ ਜਿੱਥੇ ਇਸ਼ਨਾਨ ਕਰਨਾ ਹੈ ਤਾਂ ਉਹ ਹੀ ਇਹ ਸ਼ਬਦ ਹੈ ਜਿੱਥੇ ਸੋਚ ਤੁਸੀਂ ਪੜ੍ਹਦੇ ਹੋ। ਜਿਵੇਂ ਸੋਚਿਆ ਸੋਚ, ਜੇ ਇਹਨੂੰ ਸੋਚਣ ਦੇ ਸੰਦਰਭ ਵਿੱਚ ਲਈਏ ਤੇ ਫਿਰ ਸਹਿਜ ਸਿਆਣਪਾ ਲੱਖ ਹੋਏ ਵਾਲੀ ਪੰਕਤੀ ਉਚਾਰਨ ਨਹੀਂ ਸੀ ਮਹਾਰਾਜ ਨੇ ਕਰਨੀ। ਹੁਣ ਹਜ਼ੂਰ ਕਹਿੰਦੇ ਨੇ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾ। ਤਨ ਨੂੰ ਧੋਣ ਨਾਲ ਮਨ ਦੀ ਮੈਲ ਕਿਵੇਂ ਉਤਰੇਗੀ? ਉਹਦਾ ਸੋਲੂਸ਼ਨ ਕੀ ਹੈ? ਭਰੀਏ ਹੱਥ ਪੈਰ ਤਨ ਕਹਿ ਦਿਆ ਕਰੋ ਪਾਣੀ ਧੋਤਾ ਉਤਰਸ ਮੂਤ ਪਲੀਤੀ ਕੱਪੜ ਦੇ ਸਾਬੂਨ ਲਈਏ। ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ। ਉਹ ਧੁੱਪਦੀ ਹੈ ਵਾਹਿਗੁਰੂ ਆਖਣ ਨਾਲ। ਆਖੋ ਵਾਹਿਗੁਰੂ 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 ਵਾਹਿਗੁਰੂ। ਜਿਹੜੇ ਜਪਦੇ ਨੇ ਇਸ ਤਰ੍ਹਾਂ ਮੂਲ ਮੰਤਰ ਗੁਰ ਮੰਤਰ, ਉਹਨਾਂ ਦੀ ਅੰਦਰੋਂ ਧੁੱਪਦੀ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਜੇਤੀ ਸਿੱਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਬਾਹਰੋਂ ਧੋਤੀ ਤੂੰਬੜੀ
ਅੰਦਰ ਵਿਸ ਨਿਕੋਰ। ਹਜ਼ੂਰ ਕਹਿੰਦੇ ਨੇ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਨਾਵਣ ਚੱਲੇ ਤੀਰਥੀ ਮਨ ਖੋਟੇ ਉਹ ਤਨ ਚੋਰ। ਇੱਕ ਪੌ ਲੱਥੀ ਨਾਤਿਆਂ ਤੇ ਦੋਏ ਪੌ ਚੜੀਅਸ ਹੋਰ। ਰਿਐਕਸ਼ਨ ਹੋ ਗਿਆ। ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਹਜ਼ੂਰ ਕਹਿੰਦੇ ਨੇ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਅੰਤਰ ਮੈਲ ਨਾ ਉਤਰੈ। ਭਾਂਡੇ ਧੋਂਦੀਆਂ ਨੇ ਸਵਾਣੀਆਂ, ਬਾਹਰੋਂ ਚੰਗੀ ਤਰ੍ਹਾਂ ਲਿਸ਼ਕਾ ਦਿੱਤਾ ਜਾਏ, ਅੰਦਰ ਹੱਥ ਵੀ ਨਾ ਲਾਇਆ ਜਾਏ, ਕੀ ਉਹਦੇ ਵਿੱਚ ਕੁਝ ਪਾ ਕੇ ਆਪਾਂ ਛਕ ਸਕਨੇ ਆ? ਨਹੀਂ। ਅੰਦਰੋਂ ਵੀ ਸਾਫ਼ ਹੋਵੇ ਬਾਹਰੋਂ ਵੀ ਹੋਵੇ ਚੰਗੀ ਗੱਲ ਹੈ, ਪਰ ਬਾਈ ਚਾਂਸ ਵਕਤ ਥੋੜਾ ਹੈ ਨਾ, ਬਾਹਰੋਂ ਨਾ ਭਾਵੇਂ ਸਾਫ਼ ਕਰੋ, ਅੰਦਰੋਂ ਕਰ ਲਓ, ਫਿਰ ਕੰਮ ਚੱਲ ਜਾਏਗਾ। ਪਰ ਜੇ ਬਾਹਰੋਂ ਕਰ ਲਿਆ ਅੰਦਰੋਂ ਨਹੀਂ, ਤੇ ਬਰਤਨ ਲਿਬੜਿਆ, ਦੋਧੀ ਨੇ ਆ ਕੇ ਬੈਲ ਵਜਾਈਏ, ਤੁਸੀਂ ਜਾ ਕੇ ਭਾਂਡਾ ਕਰੋ ਤੇ ਉਹ ਕਹੇਗਾ ਜੀ ਭਾਂਡਾ ਤੇ ਚੱਜ ਦਾ ਲੈ ਆਵੋ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। दूध ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ਼ ਜਮਾਵੋ। ਫਿਰ ਹਜ਼ੂਰ ਕਹਿੰਦੇ ਨੇ ਜਪੋ ਤਾਂ ਏਕੋ ਅਵਰ ਨਿਰਾਫਲ ਕੰਮ। ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ। ਜੇ ਅੰਦਰਲੀ ਮੈਲ ਖਤਮ ਨਹੀਂ ਹੋਈ ਫਿਰ ਇਹ ਜੀਵਨ। ਹਜ਼ੂਰ ਇੱਥੇ ਮਿੱਠੀ ਝਿੜਕ ਮਾਰ ਰਹੇ ਨੇ, ਮੈਂ ਤੇ ਸਿਰਫ ਐਕਸਪਲੇਨ ਕਰ ਰਿਹਾ। ਮਹਾਰਾਜ ਕਹਿੰਦੇ ਨੇ ਤਰਕਾਰ ਯੋਗ ਜੀਵਨ ਹੈ। ਫਿਰ ਇਹਨੂੰ ਠੇਠ ਪੰਜਾਬੀ ਚ ਲਾਹਨਤ ਵੀ ਕਹਿੰਦੇ ਜੇ। ਫਿਰ ਇਹ ਜੀਵਨ ਤਰਕਾਰ ਯੋਗ ਹੀ ਬਣਿਆ ਰਹਿੰਦਾ ਹੈ। ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤਿਗੁਰ ਕੇ ਉਪਦੇਸ਼। ਭਰਮਨ ਕਰਨ ਨਾਲ ਭਗਤੀ ਨਹੀਂ ਹੋਣੀ, ਹੋਰ ਕੋਈ ਤਰੀਕਾ ਨਹੀਂ ਭਗਤੀ ਕਰਨ ਦਾ। ਭਗਤ ਦੇ ਤੱਤੇ ਨੂੰ ਹੁਸ਼ਿਆਰੀ ਹੈ। ਇੱਥੇ ਭਗਤ ਦੇ ਅਰਥ ਇੱਕ ਵਚਨ ਦੇ ਰੂਪ ਚ ਨਹੀਂ, ਤਿੰਨ ਰੂਪ ਆਮ ਤੌਰ ਤੇ ਹੁੰਦੇ ਨੇ। ਪੱਬਾ ਗੱਗਾ ਤੱਤੇ ਔਂਕੜ, ਪੱਬਾ ਗੱਗਾ ਤੱਤੇ ਮੁਕਤਾ ਤੇ ਪੱਬਾ ਗੱਗਾ ਤੱਤੇ ਹੁਸ਼ਿਆਰੀ। ਜਿੱਥੋਂ ਇਹ ਆਇਆ ਹੈ ਉੱਥੇ ਜਿਹੜੀ ਇਹ ਸਰੂਪ ਹੈ, ਛੋਟੀ ਇਹਦੀ ਮਾਤਰਾ, ਉਹ ਸਾਇਲੈਂਟ ਨਹੀਂ ਹੁੰਦੀ, ਉਹ ਭਗਤੀ ਪੜ੍ਹਦੇ ਨੇ। ਇੱਥੇ ਸਾਡੇ ਸਾਇਲੈਂਟ ਹੁੰਦੀ ਹੈ, ਪਰ ਅਰਥ ਇਹਦੇ ਭਗਤੀ ਹੀ ਕੀਤੇ ਜਾਣਗੇ। ਮਹਾਰਾਜ ਕਹਿੰਦੇ ਨੇ ਵੀ ਹੋਰ ਕਿਤੇ ਭਗਤ ਨਾ ਹੋਵੇ ਵਿਣ ਸਤਿਗੁਰ ਕੈ ਉਪਦੇਸ਼। ਗੁਰੂ ਦਾ ਉਪਦੇਸ਼ ਕੋਈ ਧਿਆਨ ਨਾਲ ਸੁਣੇ, ਗੁਰੂ ਦੀ ਸਿੱਖਿਆ ਸੁਣੇ, ਤੇ ਉਹ ਮਨੁੱਖ ਭਗਤੀ ਵਾਲੇ ਪਾਸੇ ਆ ਸਕਦਾ ਹੈ। ਜੇ ਕੋਈ ਕਵੇ ਮੈਂ ਸੰਨਿਆਸ ਆਸ਼ਰਮ ਧਾਰਨ ਕਰਕੇ ਇੱਧਰ ਉੱਧਰ ਭਰਮਣ ਕਰਾਂ, ਮੇਰੀ ਤ੍ਰਿਸ਼ਨਾ ਦੀ ਅੱਗ ਬੁਝੇ, ਮੈਂ ਭਗਤੀ ਦੇ ਮਾਧਿਅਮ ਨਾਲ ਬੁਝਾ ਲਾਂ, ਤੇ ਹਜ਼ੂਰ ਬਖਸ਼ਿਸ਼ ਕਰਕੇ ਸਾਡਾ ਮਾਰਗਦਰਸ਼ਨ ਕਰਦੇ ਹੋਏ ਕਹਿ ਰਹੇ ਨੇ ਵੀ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੈ ਉਪਦੇਸ਼। ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਇ। ਇਹ ਜਿਹੜਾ ਪ੍ਰਮਾਤਮਾ ਦਾ ਨਾਮ ਰੂਪੀ ਮਾਣਕ ਹੈ ਮਨ ਵਿੱਚ, ਇਹਦੀ ਕੋਈ ਕੀਮਤ ਨਹੀਂ, ਇਹਦੀ ਕੋਈ ਕੀਮਤ ਅਤਾ ਨਹੀਂ ਕਰ ਸਕਦਾ। ਨਾਮ ਜਿਹੜਾ ਹੈ ਗੁਰੂ ਤੇ ਤਰਸ ਕਰਕੇ, ਪੰਜ ਪਿਆਰੇ ਤੇ ਤਰਸ ਕਰਕੇ ਦਿੰਦੇ ਨੇ। ਉਂਝ ਜੇ ਮੁੱਲ ਲੈਣ ਦੀ ਗੱਲ ਕਰੀਏ ਤੇ ਮੁੱਲ ਤੇ ਉਹ ਮਿਲਦਾ ਹੀ ਕੋਈ ਨਹੀਂਗਾ। ਉਹ ਮੈਂ ਅਕਸਰ ਗੱਲ ਸਮਝਣ ਲਈ ਬੇਨਤੀ ਕਰਨਾ ਹੁੰਦਾ। ਪ੍ਰਿੰਸੀਪਲ ਗੰਗਾ ਸਿੰਘ ਦੀ ਮੈਨੂੰ ਉਹ ਗੱਲ ਬੜੀ ਪ੍ਰੀਤਕਰ ਲੱਗਦੀ ਹੈ ਵੀ ਵਿਸਾਖੀ ਦੇ ਮੇਲੇ ਤੇ ਕੁੜੀਆਂ ਪਹਿਲੀ ਵਾਰੀ ਆਗਿਆ ਲੈ ਕੇ ਗਈਆਂ, ਉਦੋਂ ਬੰਦਸ਼ਾਂ ਬੜੀਆਂ ਸਨ, ਨਹੀਂ ਸਨ ਲੋਕ ਜਾਣ ਦਿੰਦੇ। ਮਨਾ ਲਿਆ ਮਾਪਿਆਂ ਨੂੰ, ਪੈਸੇ ਜੋੜੇ, ਤੇ ਘਰੋਂ ਕਦੀ ਬਾਹਰ ਨਿਕਲੀਆਂ ਕੋਈ ਨਹੀਂ ਸਨ। ਇਲੈਕਟ੍ਰੋਨਿਕ ਮੀਡੀਆ ਹੈ ਨਹੀਂ ਸੀ ਵੀ ਘਰ ਬੈਠੀਆਂ ਦੁਨੀਆ ਨੂੰ ਵੇਖਣ, ਡਿਸਕਵਰੀ ਦੇਖਣ, ਇਹ ਦੇਖਣ ਉਹ ਦੇਖਣ। ਬਾਹਰ ਨਿਕਲੀਆਂ, ਮੇਲੇ 'ਚ ਐਂਟਰ ਹੋਣ ਲੱਗੀਆਂ, ਤੇ ਨਿਲਾਰੀ ਨੇ ਨਾ ਪੱਗਾਂ ਤੇ ਦੁਪੱਟੇ ਰੰਗ ਰੰਗ ਕੇ ਤਾਰ ਤੇ ਸੁੱਕਣੇ ਪਏ, ਤੇ ਵੇਖ ਕੇ ਅੱਖਾਂ ਉਹਨਾਂ ਦੀਆਂ ਚੋਂ ਦੀ ਆ ਗਈਆਂ। ਬੜਾ ਹੈਰਾਨ ਹੋ ਕੇ ਵੇਖ ਕਿੱਡੇ ਸੋਹਣੇ ਦੁਪੱਟੇ, ਕਿੱਡੀਆਂ ਸੋਹਣੀਆਂ ਪੱਗਾਂ, ਤੇ ਕਈਆਂ ਦੇ ਦੁਪੱਟਿਆਂ ਦੇ ਰੰਗ ਫਿਟਕੇ ਸਨ, ਤੇ ਇੱਕ ਦੂਜੀ ਨੂੰ ਕਹਿਣ ਲੱਗੀਆਂ ਵੀ ਜੇ ਆਪਾਂ ਵੀ ਦੁਪੱਟੇ ਰੰਗਾ ਲਈਏ ਤੇ। ਪਰ ਹਿੰਮਤ ਨਾ ਕਿਸੇ ਨੂੰ ਪਵੇ। ਇੱਕ ਨੇ ਹਿੰਮਤ ਕਰਕੇ ਪੁੱਛਿਆ, ਵੀਰ ਦੁਪੱਟੇ ਰੰਗ ਦੇਂਗਾ? ਉਹ ਕਹਿਣ ਲੱਗਾ ਮੇਰਾ ਕੰਮ ਕੀ ਹੈ, ਕੀ ਰੰਗਾਈ ਲੈਂਗਾ? 1 ਟਕਾ। ਗਿਣਤੀ ਕਰਕੇ ਆਖਣ ਲੱਗੀਆਂ ਲੈ ਇਹ ਟਕੇ ਫੜ, ਤੇ ਸਾਡੇ ਦੁਪੱਟੇ ਰੰਗ ਕੇ, ਸੁਕਾ ਕੇ, ਇਸਤਰੀ ਕਰਕੇ, ਠੱਪ ਕੇ, ਤਹਿ ਲਾ ਕੇ ਰੱਖ ਦੇਈਂ, ਅਸੀਂ ਮੇਲੇ ਤੋਂ ਵਾਪਸ ਆਉਂਦੀਆਂ ਆਪਣੇ ਦੁਪੱਟੇ ਲੈ ਜਾਂਗੀਆਂ। ਆਖਣ ਲੱਗਾ ਠੀਕ ਹੈ। ਤੁਰ ਪਈਆਂ, ਉਹਨੇ ਆਵਾਜ਼ ਮਾਰੀ ਵੀ ਦੁਪੱਟੇ ਤੇ ਦਿਓ। ਆਖਣ ਲੱਗੀਆਂ ਇਹ ਤੇ ਮੁਸ਼ਕਲ ਹੈ, ਦੁਪੱਟਾ ਸਾਡੇ ਕੋਲ ਇੱਕੋ ਇੱਕ ਹੈ, ਅਸੀਂ ਘਰੋਂ ਇਸ ਭਾਵਨਾ ਨਾਲ ਤੇ ਆਈਆਂ ਨਹੀਂ ਵੀ ਦੁਪੱਟੇ ਰੰਗਾਣੇ ਨੇ, ਜਿਹੜਾ ਸਾਡੇ ਸਿਰ ਤੇ ਦੁਪੱਟਾ ਹੈ ਉਹੀ ਦੁਪੱਟਾ ਹੈ, ਤੇ ਖਾਲੀ ਸਿਰ ਮੇਲੇ 'ਚ ਕਿਵੇਂ ਜਾਵਾਂਗੀਆਂ? ਵੀਰ ਤੂੰ ਇੱਕ ਕੰਮ ਕਰ। ਉਹ ਕਹਿਣ ਲੱਗਾ ਦੱਸੋ? ਦੁਪੱਟੇ ਸਾਡੇ ਕੋਲ ਹੀ ਰਹਿਣ ਦੇ, ਰੰਗਾਈ ਤੂੰ 2-2 ਟਕੇ ਲੈ ਲੈ ਤੇ ਸਾਡੇ ਦੁਪੱਟੇ ਰੰਗ ਦੇ। ਉਹ ਕਹਿਣ ਲੱਗਾ ਵੀ ਇਹ ਕਿਵੇਂ ਹੋ ਸਕਦਾ?
ਧਿਆਨ ਦਿਆ ਜੇ। ਉਹ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ? ਦੁਪੱਟੇ ਤੁਹਾਡੇ ਕੋਲ ਹੀ ਰਹਿਣ ਤੇ ਮੈਂ ਤੁਹਾਨੂੰ ਰੰਗ ਦਿਆਂ, ਰੰਗਾਈ ਦੂਣੀ ਲੈ ਲਾਂ। ਤੁਸੀਂ ਹੱਸਦੇ ਹੋ, ਅੱਜ ਅਸੀਂ ਇਹੋ ਕੁਛ ਹੀ ਤੇ ਕਰ ਰਹੇ ਹਾਂ। ਵਾਹਿਗੁਰੂ ਗੁਰੂ ਮੇਰਾ ਮਨ ਮੇਰੇ ਕੋਲ ਹੀ ਰਹਿਣ ਤੇ ਜਿਵੇਂ ਮਰਜ਼ੀ ਇਹਨੂੰ ਮੈਂ ਯੂਜ਼ ਕਰਾਂ। ਮਾਇਆ ਦੱਸ ਕਿੰਨੀ ਚਾਹੀਦੀ ਮੈਂ ਦੇ ਦੇਣਾ। ਰੰਗ ਦੇ ਇਹਨੂੰ, ਨਾਮ ਦੇ ਰੰਗ 'ਚ ਰੰਗ ਦੇ। ਮਾਇਆ ਜਿੰਨੀ ਕਹਾਂਗਾ ਦੇ ਦਿਆਂਗਾ, ਮੇਰੇ ਕੋਲ ਬੜੀ ਏ, ਪਰ ਮੇਰਾ ਮਨ ਮੇਰੇ ਕੋਲ ਹੀ ਰਹਿਣ ਦੇ। ਸੋਨਾ ਲੈ ਲੈ, ਚਾਂਦੀ ਲੈ ਲੈ, ਰੁਪਈਏ ਲੈ ਲੈ। ਤੇ ਗੁਰੂ ਗ੍ਰੰਥ ਸਾਹਿਬ 'ਚੋਂ ਆਵਾਜ਼ ਆਈ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਮਿੱਤਰਾ ਇਹਦੇ ਵੱਟੇ 'ਚ ਮਨ ਦੇਣਾ ਪੈਂਦਾ। ਬੇਡੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਨ ਛਵਾਵੇ ਹੋ ਔਰ ਲੋਕ ਕੁਟੰਬ ਸਭ ਹੂੰ ਤੇ ਤੋਰੈ, ਤਉ ਆਪਨ ਬੇਡੀ ਆਵੇ। ਐਸੋ ਬੇਡੀ ਬਰਨ ਨਾ ਸਾਕੋ, ਸਭ ਅੰਤਰ ਸਭ ਠਾਈ ਹੋ। ਉਹ ਤੇ ਸਰਵ ਵਿਆਪਕ ਹੈ। ਹੁਣ ਹਜ਼ੂਰ ਬਖਸ਼ਿਸ਼ ਕਰਦੇ ਨੇ ਵੀ ਮਨ ਮਾਣਕ ਨਿਰਮੋਲ ਹੈ, RAM ਨਾਮ ਪਤ ਪਾਏ। ਇਹਦੀ ਕੋਈ ਕੀਮਤ ਨਹੀਂ ਅਤਾ ਕਰ ਸਕਦਾ। ਔਰ ਜੇ ਕਿਸੇ ਦੇ ਮਨ 'ਚ ਵਸ ਜਾਏ ਤੇ ਇਹਦੇ ਨਾਲ ਮਨੁੱਖ ਦੀ ਇੱਜ਼ਤ ਬਣ ਜਾਂਦੀ ਹੈ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਹਿ ਮਾਨ, ਪੰਚੇ ਸੋਹੈ ਦਰ ਰਾਜਾਨ। ਰਾਜਿਆਂ ਮਹਾਰਾਜਿਆਂ ਦੇ ਦਰਾਂ ਦੇ ਉੱਤੇ ਵੀ ਇਹਨਾਂ ਨੂੰ ਸ਼ੋਭਾ ਮਿਲਦੀ ਹੈ, ਇੱਜ਼ਤ ਮਿਲਦੀ ਹੈ। ਔਰ ਦਰਗਾਹ ਵਿੱਚ ਤੇ ਬਾਤ ਹੀ ਕਿਹਾ। ਦਰਗਾਹ ਬਾਰੇ ਤੇ ਇੱਥੋਂ ਤੱਕ ਲਿਖਿਆ ਹੈ ਵੀ ਜਿਸ ਧਰਮਰਾਏ ਬਾਰੇ ਬੜਾ ਡਰਾਇਆ ਜਾਂਦਾ ਨਾ ਵੀ ਉਹਦੇ ਜੰਮ ਲੈਣ ਆਉਂਦੇ ਨੇ, ਇਦਾਂ ਕਰਦੇ ਨੇ, ਉਦਾਂ ਕਰਦੇ ਨੇ। ਜਪਣ ਵਾਲਾ ਜਦੋਂ ਜਾਂਦਾ ਹੈ ਨਾ ਤੇ ਆਪਣੀ ਸੀਟ ਤੋਂ ਉਤਰ ਕੇ ਕਹਿੰਦੇ ਥੱਲੇ ਆਉਂਦਾ ਤੇ ਹੱਥ ਜੋੜ ਕੇ ਆਂਦਾ ਧੰਨ ਭਾਗ, ਅੱਜ ਦਾਸ ਦਾ ਵੀ ਕਾਰ ਗੁਰਸਿੱਖ ਜੀ ਤੁਸੀਂ ਪਵਿੱਤਰ ਕਰ ਦਿੱਤਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਕਹੋਗੇ ਲਿਖਿਆ ਕਿਤੇ, ਪੜੋ। ਧਰਮਰਾਜ ਐਸੇ ਚਵੈ, ਇੰਜ ਕਹਿੰਦਾ ਕਿ ਤੋਨ ਭਵਨ ਪਨੀਤ, ਅੱਜ ਦਾਸ ਦਾ ਵੀ ਭਵਨ ਤੁਸੀਂ ਪਵਿੱਤਰ ਕਰ ਦਿੱਤਾ। ਉਹਨੂੰ ਸਜ਼ਾ ਦੇਣੀ ਤੇ ਬੜੇ ਦੂਰ ਦੀ ਗੱਲ ਹੈ। ਰੇ ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਮਹਾਰਾਜ ਕਹਿੰਦੇ ਨੇ ਇੱਜ਼ਤ ਮਿਲਦੀ ਹੈ। ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਇ। ਇੱਕ ਤੇ ਰੱਬ ਦਾ ਜਿਹੜਾ ਨਾਮ ਏ, ਮਿਲ ਸਤ ਸੰਗਤ ਹਰ ਪਾਈਏ। ਪ੍ਰਭੂ ਦੀ ਪ੍ਰਾਪਤੀ, ਪ੍ਰਭੂ ਦੇ ਨਾਮ ਦੀ ਪ੍ਰਾਪਤੀ ਸਾਧ ਸੰਗਤ ਵਿੱਚ ਹੁੰਦੀ। ਇਸੇ ਕਰਕੇ ਮਹਾਰਾਜ ਰੋਜ਼ ਪ੍ਰਚੰਡ ਕਰਦੇ ਨੇ ਤੇ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ, ਇਸ ਲਈ ਮਿਲ ਸਾਧ ਸੰਗਤ ਭਜ ਕੇਵਲ ਨਾ। ਮਹਾਰਾਜ ਫਰਮਾਨ ਕਰ ਰਹੇ ਨੇ, ਮਿਲ ਸਤ ਸੰਗਤ ਹਰ ਪਾਈਏ, ਗੁਰਮੁਖ ਹਰ ਲਿਵ ਲਾਏ। ਗੁਰੂ ਦੇ ਸਨਮੁਖ ਹੋ ਕੇ ਹਰੀ ਵਿੱਚ ਸੁਰਤ ਜੁੜਦੀ ਹੈ, ਹਰੀ ਵਿੱਚ ਲਿਵ ਜੁੜਦੀ ਹੈ। ਜੀ ਲਿਵ ਕਿਉਂ ਜੋੜਨੀ ਹੈ? ਕਿਉਂਕਿ ਇਹ ਸਰੀਰ ਦੇ ਅੰਦਰ ਜਿਹੜੀ ਲਿਵ ਹੈ, ਜਿਹੜੀ ਸੁਰਤ ਹੈ, ਜਿਹੜਾ ਮਨ ਹੈ, ਜਿਹੜਾ ਧਿਆਨ ਹੈ, ਉਹ ਪ੍ਰਭੂ 'ਚ ਨਾ ਜੁੜੇ ਨਾ, ਇਹ ਤਨ ਵੀ ਵਿਚਾਰਾ ਨਿਮਾਣਾ ਹੋ ਜਾਂਦਾ ਹੈ। ਵੇਖੋ ਨਾ, ਉਹ ਵੀ ਸ਼ਖਸ ਜਿਹਦੇ ਅੱਗੇ ਸਾਡੇ ਹੱਥ ਜੁੜ ਜਾਂਦੇ ਨੇ, ਥੋੜਾ ਜਿਹਾ ਸਿਰ ਵੀ ਝੁਕ ਜਾਂਦਾ। ਮੈਂ ਸ਼ਖਸੀ ਪੂਜਾ ਵਾਲੇ ਪਾਸੇ ਨਹੀਂ ਤੁਹਾਨੂੰ ਪ੍ਰੇਰ ਰਿਹਾ, ਕੇਵਲ ਗੱਲ ਸਮਝਣ ਲਈ। ਇੱਥੋਂ ਗਰਮੀਆਂ ਦੀ ਰੁੱਤ ਹੈ, ਮਈ ਦੇ ਦਿਨ ਨੇ, ਸਿਖਰ ਦੁਪਹਿਰ ਹੈ, ਅਸੀਂ ਪੈਦਲ ਜਾ ਰਹੇ ਹਾਂ, ਪਿਆਸ ਲੱਗੀ ਹੈ, ਪਾਣੀ ਪੀਣਾ। ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ। ਪਰ ਅਸੀਂ ਕਿਤੇ ਵੀ ਧਰਤੀ ਤੇ ਦੰਡਵਤ ਮੱਥਾ ਟੇਕ ਕੇ ਇਹ ਥੋੜਾ ਕਹਿੰਦੇ ਵੀ ਧਰਤੀ ਪਾਣੀ ਪਿਆ ਦੇ, ਮੱਥਾ ਤੇ ਨਹੀਂ ਟੇਕਦੇ। ਧਰਤੀ ਨੂੰ ਪੈਰਾਂ ਥੱਲੇ ਰੱਖ ਕੇ ਤੁਰੇ ਜਾਂਦੇ ਆ। ਪਰ ਕਿਤੇ ਹੈਂਡ ਪੰਪ ਲੱਗਾ ਹੋਵੇ ਨਾ, ਸਾਥੀ ਨੂੰ ਕਹਿੰਦੇ ਗੇੜੀ, ਆਪ ਦੋਵੇਂ ਬੁੱਕ ਜੋੜ ਕੇ ਚੁੱਕ ਜਾਂਦੇ ਆ। ਕਿਉਂ? ਪਾਣੀ ਸਾਰੀ ਧਰਤੀ ਥੱਲੇ ਵੇ, ਪਰ ਉਸ ਖਿੱਤੇ 'ਚ ਧਰਤੀ ਦੇ ਥੱਲਿਓਂ ਪਾਣੀ ਪ੍ਰਗਟ ਹੋ ਰਿਹਾ, ਬਾਹਰ ਨਿਕਲ ਰਿਹਾ, ਉੱਥੇ ਹੱਥ ਜੁੜ ਜਾਂਦੇ ਨੇ। ਇਹ ਸਰੀਰ ਨੂੰ ਵੀ ਇੱਜ਼ਤ ਮਿਲਦੀ ਏ ਜੇ ਇਹਦੇ ਵਿੱਚ ਪ੍ਰਭੂ ਦੀ ਲਿਵ ਹੈ, ਔਰ ਇਹ ਨਿਮਾਣਾ ਹੋ ਜਾਂਦਾ ਹੈ, ਜਿਹੜਾ ਵਾਹਿਗੁਰੂ ਕਹਿੰਦਾ ਹੀ ਕੋਈ ਨਹੀਂਗਾ। ਰਸਨਾ ਨਾਲ ਬੜੇ ਬਚਨ ਕਰਨੇ ਨੇ, ਬੜੀਆਂ ਗੱਲਾਂ ਕਰਨੀਆਂ ਨੇ, ਪਰ ਵਾਹਿਗੁਰੂ ਕਹਿਣ ਵਾਲੇ ਟਾਵੇਂ ਨੇ। ਆਪਾਂ ਵਿਚਾਰ ਕੀਤੀ, ਹੈਣ ਵਿਰਲੇ ਨਾਹੀ ਕਣੇ। ਹਜ਼ੂਰ ਕਹਿੰਦੇ ਨੇ, ਦੇ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਮਿਲ ਸਤ ਸੰਗਤ ਹਰ ਪਾਈਐ, ਗੁਰਮੁਖ ਹਰ ਲਿਵ ਲਾਏ। ਗੁਰੂ ਨੂੰ ਮਿਲ ਕੇ, ਗੁਰੂ ਦੇ ਸਨਮੁਖ ਹੋ ਕੇ ਤੇ ਸ਼ਬਦ ਵਿੱਚ ਸੁਰਤ ਜੁੜਦੀ। ਆਪ ਗਿਆ ਸੁਖ ਪਾਇਆ,
ਮਿਲ ਸਲਲੈ ਸਲਲ ਸਮਾਏ। ਜਦੋਂ ਅੰਦਰੋਂ ਆਪਾ ਭਾਵ ਖਤਮ ਹੁੰਦਾ ਹੈ, ਆਪਾ ਭਾਵ ਹਉਮੈ, ਫਿਰ ਸੁੱਖ ਮਿਲਦਾ ਹੈ। ਅਸਲ ਵਿੱਚ ਆਪਾ ਹੀ ਦੁੱਖ ਦਾ ਕਾਰਨ ਹੈ। ਸਮਾਂ ਸਮਾਪਤੀ ਵੱਲ ਹੈ, ਪਰ ਮੈਂ ਆਗਿਆ ਲੈ ਕੇ ਇਸ ਆਪੇ ਨੂੰ ਐਕਸਪਲੇਨ ਕਰਨ ਲਈ ਭਾਈ ਸਾਹਿਬ ਦਾ ਇੱਕ ਬਿੱਤ ਤੁਹਾਡੀ ਨਜ਼ਰ ਕਰਦਾ ਜਾਂ, ਕਿਉਂਕਿ ਆਪਾ ਸਾਡੇ ਸੁੱਖ ਦੇ ਵਿੱਚ ਇੱਕ ਦੀਵਾਰ ਬਣ ਜਾਂਦਾ ਹੈ। ਹਉਮੈ ਜਦੋਂ ਆਪ ਚਲਾ ਜਾਏ, ਆਪਾ ਨਿਕਲ ਜਾਏ, ਹਉਮੈ ਨਿਕਲ ਜਾਏ, ਮਨੁੱਖ ਸੁਖੀ ਹੋ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁਤ, ਸਭ ਹੂੰ ਮੈਂ ਅਦਕ ਪਿਆਰੋ ਸੁਤ ਗੋਦ ਕੋ। ਮਾਂ ਦੇ 4 ਪੁੱਤਰ ਨੇ, ਸਾਰਿਆਂ ਨੂੰ ਬਰਾਬਰ ਪਿਆਰ ਕਰਨ ਦੀ ਕੋਸ਼ਿਸ਼ ਕਰਦੀ ਏ, ਪਰ ਸਭ ਤੋਂ ਛੋਟਾ ਜ਼ਿਆਦਾ ਪਿਆਰ ਲੁੱਟ ਜਾਂਦਾ ਹੈ। ਸਿਆਣੇ ਸੁੱਤ ਬਣਜ ਬਿਹਾਰ ਕੇ ਬਿਥਾਰ ਬਿਖੇ। ਇੱਕ ਗੋਦ 'ਚ ਇੱਕ ਟੀਨੇਜਰ ਹੈ, ਉਹਨੂੰ ਕੰਮ ਤੇ ਲਾ ਦਿੱਤਾ, ਉਹਦਾ ਹੁਣ ਕੋਈ ਫਿਕਰ ਨਹੀਂ, ਉਲਟਾ ਉਹ ਮਾਂ ਦਾ ਫਿਕਰ ਕਰਦਾ। ਮਾਂ ਤੂੰ ਠੀਕ ਹੈ, ਮਾਂ ਤੂੰ ਮੈਡੀਸਿਨ ਟਾਈਮ ਨਾਲ ਲੈ ਲਈ ਸੀ, ਉਹ ਫਿਕਰ ਕਰਦਾ, ਮਾਂ ਨਹੀਂ ਉਹਦਾ ਫਿਕਰ ਕਰਦੀ। ਪਰ ਜਿਹੜਾ ਗੋਦ 'ਚ ਨਾ, ਉਹਦਾ ਮਾਂ ਨੂੰ ਫਿਕਰ ਕਰਨਾ ਪੈਂਦਾ, ਕਿਉਂਕਿ ਉਹ ਵਿਚਾਰਾ ਆਸ਼ਰਿਤ ਹੀ ਮਾਂ ਤੇ ਹੈ। ਸਿਆਣੇ ਸੁੱਤ ਬਣਜ ਬਿਹਾਰ ਕੇ ਬਿਥਾਰ ਬਿਖੈ, ਗੋਦ ਮੈਂ ਅਚੇਤ ਹੇਤ ਸੰਪੈ ਨਾ ਸਹੋਦ ਕੋ। ਪਲਣਾ ਸੁਆਏ ਮਾਏ, ਪੰਗੂੜੇ 'ਚ ਪਿਆ ਹੈ, ਗ੍ਰਹਿ ਕਾਜ ਲੱਗ ਗਿਆ, ਕਦੀ ਕਿਚਨ 'ਚ, ਕਦੀ ਵਾਸ਼ਰੂਮ 'ਚ, ਕਦੀ ਲਿਵਿੰਗ ਰੂਮ 'ਚ, ਕਦੀ ਕੱਪੜੇ ਨਿਚੋੜ ਕੇ ਬਾਲਟੀ ਭਰ ਕੇ ਛੱਤ ਤੇ ਚੜੀ ਹੋਈ ਹੈ। ਕੋਲ ਬੈਠੇ ਨੂੰ ਬੱਚੇ ਦੇ ਰੋਣ ਦੀ ਆਵਾਜ਼ ਨਹੀਂ ਆਉਂਦੀ, ਉਹਨੂੰ ਛੱਤ ਤੇ ਪਤਾ ਲੱਗ ਜਾਂਦਾ ਵੀ ਮੇਰਾ ਲਾਲ ਪੰਗੂੜੇ 'ਚ ਰੋ ਰਿਹਾ। ਜਿਵੇਂ ਬੀਣ ਤੇ ਸੱਪ ਆਉਂਦਾ ਨਾ, ਪੌੜੀਆਂ ਦੇ ਉੱਤੋਂ ਇਸ ਤਰ੍ਹਾਂ ਪਹਿਲਾਂ ਪਾਉਂਦੀ ਹੋਈ ਪੰਗੂੜੇ ਦੇ ਕੋਲ ਆ ਜਾਂਦੀ, ਚੁੱਕ ਕੇ ਹਿੱਕ ਨਾਲ ਲਾ ਕੇ ਬੇਤਹਾਸ਼ਾ ਚੁੰਮਣਾ ਸ਼ੁਰੂ ਕਰ ਦਿੰਦੀ, ਕਿਉਂਕਿ ਆਸ਼ਰਿਤ ਮਾਂ ਤੇ ਹੈ। ਪਲਣਾ ਸੁਆਏ ਮਾਏ, ਗ੍ਰਹਿ ਕਾਜ ਲਾਗੇ ਆਏ, ਸੁਨ ਸੁੱਤ ਰੁਦਨ। ਪੁੱਤਰ ਦੇ ਰੋਣ ਦੀ ਆਵਾਜ਼ ਸੁਣ ਕੇ ਪੈ ਪਿਆਵੇ ਦੁੱਧ ਪਿਆਂਦੀ, ਮਨ ਮੋਦ ਕੋ। ਸਿੱਖਾ ਤੂੰ ਵੀ ਉਸ ਪੰਗੂੜੇ ਵਾਲੇ ਬੱਚੇ ਵਾਂਗੂ ਹੰਕਾਰ ਛੱਡ ਕੇ ਨਿਮਾਣਾ ਹੋ ਜਾ, ਤੇ ਆਖ ਮਨ ਤੂੰ ਮਤ ਮਾਣ ਕਰੇ, ਜੇ ਹਉ ਕਿਛ ਜਾਣਦਾ ਸਗੋਂ ਗੁਰਮੁਖ ਨਿਮਾਣਾ ਹੋ। ਆਪਾ ਖੋਏ ਜੋਏ ਗੁਰ ਚਰਨ ਸ਼ਰਨ ਆਵੇ, ਰਹਿ ਨਿਰਦੋਖ ਮੋਖ ਆਨੰਦ ਬਨੋਦ ਕੋ। ਉਹ ਸੁਖੀ ਹੋ ਜਾਏਗਾ, ਉਹ ਵਕਾਰਾਂ ਤੋਂ ਖਲਾਸੀ ਹਾਸਲ ਕਰ ਲਏਗਾ। ਪਰ ਕੌਣ? ਜਿਹੜਾ ਆਪਣੇ ਆਪੇ ਨੂੰ, ਈਗੋ ਨੂੰ, ਅਹੰਕਾਰ ਨੂੰ ਪਾਸੇ ਰੱਖਦੇ। ਆਪ ਗਿਆ ਸੁਖ ਪਾਇਆ, ਮਿਲ ਸਲਲੈ ਸਲਲ ਸਮਾਏ। ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਇਸ ਤਰ੍ਹਾਂ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ। ਜਿਨ ਹਰ ਹਰ ਨਾਮ ਨਾ ਚਿਤਿਓ, ਸੋ ਔਗਣ ਆਵੈ ਜਾਏ। ਇਸ ਪੰਕਤੀ ਵਿੱਚ ਜਿਹੜਾ ਔਗਣ ਵਰਡ ਆਇਆ ਹੈ, ਇਹਦੇ ਅੱਖਰੀ ਅਰਥ ਕੀਤੇ ਗਏ ਨੇ ਵਕਾਰ। ਜਿਹੜੇ ਲੋਕ ਪਰਮਾਤਮਾ ਦਾ ਨਾਮ ਚੇਤਾ ਨਹੀਂ ਕਰਦੇ, ਉਹਨਾਂ ਦੇ ਗੁਣ ਤੇ ਜਾਂਦੇ ਲੱਗੇ। ਹਜ਼ੂਰ ਕਹਿੰਦੇ ਨੇ, ਸੋ ਔਗਣ ਆਵੇ ਜਾਏ। ਉਹ ਵਕਾਰਾਂ ਵਿੱਚ ਪੈ ਕੇ ਤੇ ਜਨਮ ਤੇ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ। ਇਹਨਾਂ ਵਿੱਚੋਂ ਸਰਦਾਰ ਵਕਾਰ ਹਉਮੈ ਵੇ, ਤੇ ਮਹਾਰਾਜ ਹਉਮੈ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਵੀ ਅਸਲ ਵਿੱਚ ਜਨਮ ਮਰਨ ਦਾ ਸਮੱਸਿਆ ਹੀ ਤੂੰ ਕ੍ਰੀਏਟ ਕਰਨਾ ਹੈ। ਇਹ ਜਨਮ ਮਰਨ ਮੂਲੰ ਅਹੰਕਾਰ ਪਾਪਾਤਮਾ। ਸ਼ਲੋਕ ਸੰਸਕ੍ਰਿਤੀ ਮਹਲਾ 5ਵਾਂ। ਜਿਨ ਹਰ ਹਰ ਨਾਮ ਨਾ ਚੇਤਿਓ, ਸੋ ਔਗਣ ਆਵੇ ਜਾਏ। ਜਿਸ ਸਤਿਗੁਰ ਪੁਰਖ ਨਾ ਭੇਟਿਓ, ਸੋ ਭਉ ਜਲ ਪਚੈ ਪਚਾਏ। ਜਿਸ ਸਤਿਗੁਰ ਪੁਰਖ ਨਾ ਭੇਟਿਓ, ਜਿਹੜਾ ਭੇਟਿਓ ਸ਼ਬਦ ਹੈ, ਇੱਕ ਸਾਡੇ ਵਿੱਚ ਬੜਾ ਸ਼ਬਦ ਪ੍ਰਚਲਿਤ ਹੈ ਸਾਧ ਸੰਗਤ, ਭੇਟਾ। ਇਹ ਤੁਸੀਂ ਮਹਾਰਾਜ ਦੇ ਚਰਨਾਂ ਵਿੱਚ ਜੋ ਅਰਪਣ ਕੀਤਾ ਹੈ, ਇਹਨੂੰ ਗੁਰਮੁਖੀ ਬੋਲੀ 'ਚ ਅਸੀਂ ਕੀ ਕਹਿੰਦੇ ਆ? ਭੇਟਾ। ਇਹ ਦਾਨ ਨਹੀਂ, ਵਿਦਤ ਰਵੇ। ਦਾਨ ਆਪਣੇ ਤੋਂ ਛੋਟੇ ਨੂੰ ਕੀਤਾ ਜਾਂਦਾ ਹੈ, ਆਪਣੇ ਤੋਂ ਵੱਡੇ ਨੂੰ ਜੋ ਦਿੱਤਾ ਜਾਂਦਾ ਹੈ ਉਹ ਨਜ਼ਰਾਨਾ ਹੈ, ਉਹ ਗਿਫਟ ਹੈ, ਉਹ ਤੋਹਫਾ ਹੈ। ਗੁਰੂ ਘਰ ਦੇ ਵਿੱਚ ਸ਼ਬਦ ਵਰਤਿਆ ਗਿਆ ਭੇਟਾ। ਇਹ ਕਿੱਥੋਂ ਆਇਆ ਹੈ? ਜਦੋਂ ਇੱਕ ਰਾਜਨੀਤਿਕ ਆਗੂ ਨੂੰ, ਇੱਕ ਸਮਾਜਿਕ ਆਗੂ ਨੂੰ, ਇੱਕ ਰਾਜਨੀਤਿਕ ਆਗੂ ਨੂੰ ਇੱਕ ਆਮ ਵਿਅਕਤੀ ਮਿਲਦਾ, ਤੇ ਉਹਨਾਂ ਦੇ ਵਿੱਚ ਆਮ ਵਿਚਾਰ ਆਉਂਦੀ ਵੀ ਕੀ ਲੈ ਕੇ ਮਿਲਣਾ, ਖਾਲੀ ਹੱਥ ਲੈ ਕੇ ਮਿਲਾਂਗੇ? ਤਾਂ ਉਹ ਕੁਝ ਹੱਥ ਵਿੱਚ ਲੈ ਕੇ ਜਾਂਦੇ।
ਮਿਲਣ ਨੂੰ ਹਿੰਦੀ ਚੋਂ ਕੀ ਕਹਿੰਦੇ? ਠੇਠ ਹਿੰਦੀ ਚ ਕਹਿੰਦੇ ਭੇਂਟ। ਉਹ ਜਿਹੜੀ ਭੇਂਟ ਹੈ ਨਾ, ਉਹਦੀ ਟਿੱਪੀ ਪੂੰਝ ਕੇ ਤੇ ਟੈਂਕੇ ਨੂੰ ਕੰਨਾਂ ਲਾ ਕੇ ਕੀ ਬਣਾ ਦਿੱਤਾ? ਭੇਟਾ, ਮੁਲਾਕਾਤ। ਗੁਰੂ ਨੂੰ ਮਿਲਣ ਜਾਣਾ ਹੈ ਤੇ ਹੁੰਦਿਆਂ ਸੁੰਦਿਆਂ ਖਾਲੀ ਹੱਥ ਜਾਏਗਾ। ਇਸ ਲਈ ਗੁਰੂ ਨੂੰ ਮਿਲਣ ਲੱਗਿਆਂ ਜੋ ਅਰਪਣ ਕੀਤਾ ਜਾ ਰਿਹਾ ਹੈ ਉਹਨੂੰ ਭੇਟਾ ਕਿਹਾ ਜਾਂਦਾ। ਵੈਸੇ ਭੇਟ ਦੇ ਅੱਖਰੀ ਅਰਥ ਹੁੰਦੇ ਨੇ ਮੁਲਾਕਾਤ। ਜਿਨ੍ਹਾਂ ਦੀ ਗੁਰੂ ਨਾਲ ਮਿਲਾਪ ਹੀ ਨਹੀਂ ਹੋਇਆ, ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਜਿਸ ਸਤਿਗੁਰ ਪੁਰਖ ਨਾ ਭੇਟਿਓ। ਸੈਂਸ ਇੰਨੀ ਹੈ, ਜੇ ਸਿੱਧੇ ਜਿਹੇ ਅਰਥ ਕਰੀਏ ਵੀ ਗੁਰੂ ਨਾਲ ਮਿਲਾਪ ਨਹੀਂ ਕੀਤਾ, ਗੁਰੂ ਨਾਲ ਮਿਲਾਪ ਨਹੀਂ ਹੋਇਆ, ਉਹ ਫਿਰ ਭਵ ਸਾਗਰ ਵਿੱਚ, ਸੰਸਾਰ ਸਮੁੰਦਰ ਵਿੱਚ ਪਚੈ ਪਚਾਏ ਉਹਨਾਂ ਨੂੰ ਖਪਣਾ ਪੈਂਦਾ ਹੈ। ਇਹ ਮਾਨਕ ਜਿਉ ਨਿਰਮੋਲ ਹੈ, ਇਉ ਕੌਡੀ ਬਦਲੈ ਜਾਏ। ਇਹ ਮਾਨਕ ਜੀਓ, ਇਹ ਜਿਹੜਾ ਮਨ ਹੈ ਨਾ, ਇਹ ਜਿਹੜੀ ਆਤਮਾ ਹੈ, ਇਹ ਕਿਉਂਕਿ ਪ੍ਰਮਾਤਮਾ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮੰਸ। ਕਿਉਂਕਿ ਪ੍ਰਮਾਤਮਾ ਦੀ ਕੋਈ ਕੀਮਤ ਨਹੀਂ, ਫਲ ਸਰੂਪ ਇਹ ਆਤਮਾ, ਇਹ ਮਨ ਵੀ ਬੇਸ਼ਕੀਮਤੀ ਹੈ। ਪਰ ਹੋਇਆ ਕਿ ਇਹਨੂੰ ਪ੍ਰਮਾਤਮਾ ਨਾਲੋਂ ਤੋੜ ਕੇ ਇਹਨੂੰ ਬਿਲਕੁਲ ਹਲਕਾ ਕਰ ਦਿੱਤਾ, ਇਹਨੂੰ ਕੌਡੀਆਂ ਦੇ ਪਾ ਕਰ ਦਿੱਤਾ। ਮਹਾਰਾਜ ਕਹਿੰਦੇ ਨੇ ਉਹਦਾ ਕਾਰਨ ਸੀ ਪ੍ਰਮਾਤਮਾ ਨਾਲੋਂ ਟੁੱਟਣਾ। ਵੈਸੇ ਜੇ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਫਿਰ ਤੇ ਇਹਦੀ ਕੋਈ ਕੀਮਤ ਹੀ ਨਹੀਂ ਸੀ। ਪਰ ਹਜ਼ੂਰ ਕਹਿੰਦੇ ਨੇ ਇਹ ਮਾਨਕ ਜੀਓ ਨਿਰਮੋਲ ਹੈ, ਇਉਂ ਕੌਡੀ ਬਦਲੇ ਜਾਏ। ਇਸ ਪ੍ਰਕਾਰ ਜੀਵਨ ਪ੍ਰਯੋਜਨ ਨੂੰ ਭੁੱਲਣ ਕਰਕੇ ਇਹ ਹਲਕਾ ਹੋ ਗਿਆ ਹੈ, ਇਹ ਕੌਡੀਆਂ ਬਦਲੇ ਹੋ ਗਿਆ ਹੈ। ਜਿਨ੍ਹਾਂ ਸਤਿਗੁਰ ਰਸ ਮਿਲੈ, ਸੇ ਪੂਰੇ ਪੁਰਖ ਸੁਜਾਨ। ਇੱਥੇ ਰਸ ਦੇ ਅਰਥ ਨੇ ਪ੍ਰੇਮ। ਫਲਾਣੇ ਦਾ ਫਲਾਣੇ ਨਾਲ ਬੜਾ ਪ੍ਰੇਮ ਹੈ, ਉਹ ਨਹੀਂ, ਫਲਾਣੇ ਦੀ ਤੇ ਫਲਾਣੇ ਨਾਲ ਬੇਰਸੀ ਹੋ ਗਈ ਹੈ। ਰਸ ਤੋਂ ਸੈਂਸ ਕੀ ਲਵਾਂਗੇ? ਪ੍ਰੇਮ। ਜਿਨ੍ਹਾਂ ਨੇ, ਜਿਹੜੇ ਸਤਿਗੁਰੂ ਨੂੰ ਪ੍ਰੇਮ ਨਾਲ ਮਿਲੇ ਨੇ। ਔਰ ਹੁਣ ਮੈਂ ਇੱਕ ਅਰਜ਼ ਕਰਦੇ ਹਾਂ, ਮਨ ਵਿੱਚ ਇਹ ਵਿਚਾਰ ਆਵੇ ਵੀ ਮੇਰੇ ਮਨ 'ਚ ਤੇ ਪ੍ਰੇਮ ਪੈਦਾ ਨਹੀਂ ਹੁੰਦਾ, ਤੇ ਪ੍ਰੇਮ ਤੋਂ ਬਿਨਾਂ ਗੱਲ ਕੋ ਨਹੀਂ। ਰੋਜ਼ ਪੜ੍ਹਨੇ ਆ ਜਿਨ ਪ੍ਰੇਮ ਕੀਓ। ਹੁਣ ਮੈਂ ਪ੍ਰੇਮ ਕਿਹੜੇ ਮਾਹੌਲ ਚੋਂ ਲਿਆਵਾਂ, ਕਿਹੜੀ ਹੱਟੀ ਤੋਂ ਲਿਆਵਾਂ, ਕਿਹੜੀ ਦੁਕਾਨ ਤੋਂ ਖਰੀਦਾਂ? ਇਹ ਤੇ ਕਹਿੰਦੇ ਨੇ ਪ੍ਰੇਮ ਤੋਂ ਬਿਨਾਂ ਗੱਲ ਨਹੀਂ ਬਣਦੀ। ਇਹ ਭਾਈ ਤੇ ਰੋਜ਼ ਕਹਿੰਦੇ ਨੇ ਗੁਰਦੁਆਰੇ, ਹੁਣ ਕੀ ਕਰਾਂ? ਤੂੰ ਕਿੱਥੋਂ ਮਿਲੇਗਾ? ਗੁਰਬਾਣੀ ਸਾਨੂੰ ਦੱਸ ਪਾਉਂਦੀ ਹੈ। ਹਜ਼ੂਰ ਕਹਿੰਦੇ ਨੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੇ। ਇੱਥੇ ਹੀ ਪ੍ਰੇਮ ਪੈਦਾ ਹੋਣਾ। ਜਿਹੜਾ ਨੇਮ ਹੈ ਨਾ, ਨੇਮ ਨਾਲ ਗੁਰਦੁਆਰੇ ਆਉਣਾ। ਔਰ ਜਦੋਂ ਨੇਮ ਨਾਲ ਆਈ ਜਾਵਾਂਗੇ ਤੁਹਾਡਾ ਨੇਮ ਹੀ ਪ੍ਰੇਮ ਵਿੱਚ ਰੂਪਾਂਤਰਿਤ ਹੋ ਜਾਏਗਾ। ਔਰ ਇਹ ਲਾਜ਼ਮੀ ਇਸ ਕਰਕੇ ਕਿ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੇ। ਜੀ ਭਾਵ ਕਿਉਂ ਉਪਜਾਣਾ ਹੈ? ਕਹਿਣ ਲੱਗੇ ਇਸ ਕਰਕੇ ਕਿ ਭਾਵ ਬਿਨ ਭਗਤ ਨਾ ਹੋਏ ਤੇਰੀ। ਪ੍ਰੇਮ ਤੋਂ ਬਿਨਾ ਭਗਤੀ ਕੋ ਨਹੀਂ ਹੁੰਦੀ। ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਤਾਂ ਉਹ ਸ਼ੁੱਧ ਕਿੱਥੇ ਹੋਣਾ ਹੈ? ਸਾਧ ਸੰਗਤ ਰੂਪੀ ਵਾਸ਼ਿੰਗ ਮਸ਼ੀਨ ਦੇ ਵਿੱਚ, ਸਾਧ ਸੰਗਤ ਰੂਪੀ ਕੁਠਾਲੀ ਦੇ ਵਿੱਚ। ਹਜ਼ੂਰ ਕਹਿੰਦੇ ਜਿਨ੍ਹਾਂ ਸਤਿਗੁਰ ਰਸ ਮਿਲੇ, ਸੇ ਪੂਰੇ ਪੁਰਖ ਸੁਜਾਨ। ਉਹ ਪੁਰਖ ਸਿਆਣੇ ਨੇ, ਉਹ ਚੰਗੇ ਭਾਂਡੇ ਨੇ। ਹੁਣ ਚੰਗੇ ਭਾਂਡੇ ਤੋਂ ਕੀ ਮੁਰਾਦ ਹੈ? ਤੁਸੀਂ ਬਚਨ ਪੜ੍ਹਦੇ ਹੋ ਅੰਮ੍ਰਿਤ ਬਾਣੀ ਵਿੱਚ, ਮਹਾਰਾਜ ਕਹਿੰਦੇ ਨੇ ਵੀ ਭਾਂਡੇ ਸਾਰੇ ਹੀ ਉਹਨੇ ਬਣਾਏ ਨੇ। ਆਪੇ ਭਾਂਡੇ ਸਾਜੀਅਨ, ਆਪੇ ਪੂਰਨ ਦੇ, ਇੱਕ ਨਹੀਂ ਦੁੱਧ ਸਮਾਈਏ। ਹੁਣ ਸਵਾਣੀਆਂ ਭੈਣਾਂ ਮੇਰੀਆਂ ਬੈਠੀਆਂ ਨੇ, ਬੱਚੀਆਂ ਮਾਤਾਵਾਂ, ਬਈ ਜਿਹੜੇ ਭਾਂਡੇ 'ਚ ਦੁੱਧ ਪਾਣਾ ਹੋਵੇ ਨਾ, ਭਾਵੇਂ ਪੈਕਟ ਵਾਲਾ ਲਿਆਉਣਾ ਹੋਵੇ, ਭਾਵੇਂ ਉਂਝ ਲਿਆਉਣਾ ਹੋਵੇ ਖੁੱਲਾ, ਉਸ ਭਾਂਡੇ ਨੂੰ ਸਵਾਣੀਆਂ ਬੜੀ ਚੰਗੀ ਤਰ੍ਹਾਂ ਸਾਫ਼ ਕਰਦੀਆਂ ਨੇ। ਕਿਤੇ ਇੱਕ ਦਿਨ ਮਾੜੀ ਜੀ ਕਸਰ ਰਹਿ ਗਈ ਸੀ ਤੇ ਦੁੱਧ ਫਟ ਗਿਆ ਤੇ 8 ਪੈਰ ਮੁਸ਼ਕਲ ਆਈ ਸੀ। ਹੁਣ ਬੜੀ ਅਲਰਟ ਹੋ ਗਈ ਹੈ, ਉਹਨੂੰ ਚੰਗੀ ਤਰ੍ਹਾਂ ਧੋ ਕੇ ਚੰਗੀ ਤਰ੍ਹਾਂ ਅੱਖਾਂ ਖੋਲ ਕੇ ਵੇਂਦੀ ਹੈ ਵੀ ਕੋਈ ਵਿੱਚ ਸਮੱਸਿਆ ਤਾਂ ਨਹੀਂ, ਦੁੱਧ ਫਟ ਨਾ ਜਾਏ। 8 ਪੈਰ ਸਮੱਸਿਆ ਖੜੀ ਹੋਵੇਗੀ, ਚਾਹ ਬੰਨੀ ਹੈ, ਕਿਸੇ ਕੁਛ ਲੈਣਾ, ਕਿਸੇ ਕੁਛ ਲੈਣਾ। ਜਿਹੜੇ ਭਾਂਡੇ 'ਚ ਦੁੱਧ ਪਾਣਾ ਹੈ ਨਾ, ਉਹਦੀ ਸੰਭਾਲ ਬੜੀ ਹੁੰਦੀ ਹੈ, ਉਹਦੀ ਸਫਾਈ ਬੜੀ ਚੰਗੀ ਤਰ੍ਹਾਂ ਹੁੰਦੀ ਹੈ। ਫਿਰ ਉਹਦੇ 'ਚ ਦੁੱਧ ਪਾ ਕੇ ਉਹਨੂੰ ਉਬਾਲ ਕੇ ਠੰਡਾ ਕਰਕੇ ਫ੍ਰਿਜ ਦੇ ਵਿੱਚ ਵਿਸ਼ੇਸ਼ ਜਗ੍ਹਾ ਬਣੀ, ਉੱਥੇ ਅਸੀਂ ਰੱਖਦੇ ਹਾਂ, ਥੋੜਾ ਥੋੜਾ ਕੱਢ ਕੇ ਵਰਤਨੇ ਆ। ਪਰ ਇੱਕ ਭਾਂਡਾ ਪਤਾ ਕਿਹੜਾ ਹੈ? ਤੜਕਾ ਲਾਣਾ ਤਾਂ ਵਿਚਾਰਾ ਚੁੱਲ੍ਹ ਤੇ, ਚਾਹ ਬਣਾਉਣੀ ਹੈ ਤਾਂ ਚੁੱਲ੍ਹ ਤੇ, ਕੁਝ ਹੋਰ ਬਣਾਉਣਾ ਤਾਂ ਚੁੱਲ੍ਹ, ਉਹ ਸਾਰਾ ਦਿਨ ਵਿਚਾਰਾ ਚੁੱਲ੍ਹ ਤੇ ਚੜਿਆ ਰਹਿੰਦਾ। ਪਰ ਜਿਹਦੇ 'ਚ ਦੁੱਧ ਹੈ
ਉਹਦੀ ਇੱਜ਼ਤ ਵੱਧ ਜਾਂਦੀ ਹੈ। ਇੱਕ ਉਹ ਜਿਨ੍ਹਾਂ 'ਚ ਵਾਹਿਗੁਰੂ ਨੇ ਨਾਮ ਰੂਪੀ ਦੁੱਧ ਪਾਇਆ ਹੈ, ਉਹਨਾਂ ਦੀ ਇੱਜ਼ਤ ਵੱਧ ਜਾਂਦੀ ਹੈ। ਇੱਕ ਉਹ ਜਿਨ੍ਹਾਂ 'ਚ ਵਕਾਰ ਨੇ, ਉਹ ਸਾਰਾ ਦਿਨ ਵਕਾਰਾਂ ਦੀ ਚੁੱਲ੍ਹ ਦੇ ਉੱਤੇ ਹੀ ਸੜਦੇ ਰਹਿੰਦੇ ਨੇ। ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ, ਕਦੀ ਥੱਲੇ ਕ੍ਰੋਧ ਦੀ ਅੱਗ ਬਲਦੀ ਹੈ ਪਈ, ਕਦੀ ਤ੍ਰਿਸ਼ਨਾ ਦੀ ਅੱਗ ਬਲਦੀ, ਸਾਰਾ ਦਿਨ ਅੱਗ ਬਬੂਲਾ, ਮੱਥੇ ਤੇ ਤਿਉੜੀ, ਸਾਰਾ ਦਿਨ BP ਹਾਈ ਚੜਿਆ ਚੁੱਲ੍ਹ ਦੇ ਉੱਤੇ। ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਮਹਾਰਾਜ ਕਹਿੰਦੇ ਨੇ ਇੱਥੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਸਤਿਗੁਰ ਰਸ ਮਿਲੇ, ਜਿਹੜੇ ਪ੍ਰੇਮ ਨਾਲ ਗੁਰੂ ਨੂੰ ਮਿਲੇ ਨੇ, ਗੁਰੂ ਨੇ ਨਾਮ ਰੂਪੀ ਦੁੱਧ ਦੇ ਦਿੱਤਾ ਤੇ ਉਹਨਾਂ ਦਾ ਕੀ ਹੋਇਆ? ਪੂਰੇ ਪੁਰਖ ਸੁਜਾਨ। ਉਹਨਾਂ ਨੂੰ ਸਤਿਗੁਰੂ ਸਿਆਣਿਆਂ ਵਿੱਚ ਗਿਣਦੇ ਹਨ। ਗੁਰ ਮਿਲ ਭਉ ਜਲ ਲੰਘੀਐ, ਦਰਗਹ ਪਤ ਪਰਵਾਨ। ਗੁਰੂ ਨੂੰ ਮਿਲ ਕੇ ਇਹ ਜਿਹੜਾ ਸੰਸਾਰ ਸਮੁੰਦਰ ਹੈ, ਜਿਹੜਾ ਸਾਡੇ ਸਾਹਮਣੇ ਵਿਸ਼ੇ ਵਕਾਰਾਂ ਦੀ ਫੌਜ ਹੈ, ਉਹਨਾਂ ਨੂੰ ਸੁਤੇ ਸਿੱਧੀ ਮਨੁੱਖ ਪਾਰ ਕਰ ਜਾਂਦਾ ਹੈ। ਇਹ ਜਿਹੜੀਆਂ ਸਮੱਸਿਆਵਾਂ ਨੇ, ਮਨ ਦੇ ਫੁਰਨੇ ਨੇ, ਹੋਰ ਖਲਜ਼ਗਨ ਨੇ, ਚਿੰਤਾਵਾਂ ਨੇ, ਝੋਰੇ ਨੇ, ਗੁਰੂ ਨੂੰ ਮਿਲ ਕੇ ਇਹਨਾਂ ਦੇ ਉੱਤੇ ਸਹਿਜੇ ਹੀ ਉਹ ਦਿਗਵਿਜੇ ਹਾਸਲ ਕਰ ਲੈਂਦਾ, ਲੰਘ ਜਾਂਦਾ ਹੈ। ਔਰ ਸਿਰਫ ਇੱਥੇ ਨਹੀਂ, ਨਾਲ ਨਾਲ ਦਰਗਾਹ ਪਾਵੇਂ ਮਾਨ। ਉਹਨਾਂ ਨੂੰ ਸੇਵਾ ਸਿਮਰਨ ਵਾਲਿਆਂ ਦਾ ਦਰਗਾਹ ਵਿੱਚ ਵੀ ਮਾਣ ਹੁੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਵੀ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਕਹੋ ਨਾਨਕ ਬਾਂਹ ਲੁਡਾਈਏ। ਬਾਂਹ ਲੁਡਾਈਏ ਦੇ ਅਰਥ ਨੇ ਬਾਂਹ ਨੂੰ ਐ ਉੱਚਾ ਕਰਕੇ ਭੰਗੜਾ ਪਾਉਣ ਵਾਲੇ ਫਿਰ ਇਉਂ ਇੱਕ ਐਕਸ਼ਨ ਜਿਹਾ ਕਰਦੇ ਨੇ, ਲੁੱਡੀ ਪਾਣਾ ਕਹਿੰਦੇ। ਉਹ ਕਹਿੰਦੇ ਦਰਗਾਹ 'ਚ ਲੁੱਡੀਆਂ ਪਾਉਂਦੇ ਜਾਂਦੇ। ਸੈਂਸ ਕੀ ਹੈ? ਬਾਂਹ ਤੇ ਉੱਥੇ ਜਾਂਦੀ ਕੋਈ ਨਹੀਂ, ਸਰੀਰ ਤੇ ਸਾਰਾ ਰਹਿ ਗਿਆ, ਅਸੀਂ ਫੂਕ ਦਿੱਤਾ, ਫੁੱਲ ਵੀ ਅਸੀਂ ਕੀਰਤਪੁਰ ਸਾਹਿਬ ਪਾਏ, ਫਿਰ ਲੁੱਡੀਆਂ ਕੀ ਪਾਉਣ ਤੋਂ ਸੈਂਸ ਹੈ? ਭਾਵ ਖੁਸ਼ੀ ਖੁਸ਼ੀ ਉਹ ਦਰਬਾਰ ਵਿੱਚ ਜਾਂਦੇ ਨੇ, ਤੇ ਜਿਹੜੇ ਨਹੀਂ ਜਪਦੇ ਉਹ ਨੀਮੋ ਝੂਣੇ ਹੁੰਦੇ ਨੇ, ਉਹਨਾਂ ਨੂੰ ਅਫਸੋਸ ਹੁੰਦਾ ਹੈ, ਉਦਾਸੀ ਦਾ ਆਲਮ ਸਹਿਣਾ ਪੈਂਦਾ ਹੈ। ਇੱਥੇ ਹਜ਼ੂਰ ਬਖਸ਼ਿਸ਼ ਕਰਦੇ ਨੇ, ਇਸ ਪ੍ਰਕਾਰ ਗੁਰ ਮਿਲ ਭਉਜਲ ਲੰਘੀਐ, ਦਰਗਹਿ ਪਤ ਪ੍ਰਵਾਨ। ਨਾਨਕ ਤੇ ਮੁਖ ਉਜਲੇ, ਧੁਨ ਉਪਜੈ ਸ਼ਬਦ ਨੀਸਾਨ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਇਉਂ ਕਹੋ ਹੇ ਭਾਈ, ਉਹਨਾਂ ਦੇ ਮੁਖ ਉਜਲੇ। ਮੁਖ ਉਜਲੇ ਤੋਂ ਸੈਂਸ ਕੀ ਹੈ? ਬੰਦਾ ਖੁਸ਼ ਹੋਵੇ ਨਾ, ਉਹਦਾ ਚਿਹਰਾ ਹੀ ਦੱਸ ਦਿੰਦਾ। ਬੰਦਾ ਉਦਾਸ ਹੋਵੇ, ਹਿਰਦੇ ਦਾ ਆਇਨਾ ਕੀ ਹੈ? ਚਿਹਰਾ। ਮੁਖ ਉਜਲੇ ਤੋਂ ਮੁਰਾਦ ਸੈਂਸ ਲੈਣੀ ਹੈ ਖੁਸ਼ੀ, ਤੇ ਖੁਸ਼ੀ ਤੋਂ ਸੈਂਸ ਕੀ ਲੈਣੀ ਹੈ? ਜਿਨ੍ਹਾਂ ਨੇ ਜਪਿਆ ਹੈ, ਉਹ ਨਿਰੰਕਾਰ ਦੇ ਦਰਬਾਰ ਵਿੱਚ ਖੁਸ਼ੀ ਖੁਸ਼ੀ ਜਾਂ ਇੱਜ਼ਤ ਮਿਲੇਗੀ, ਜੀਵਨ ਸਫਲ ਕਰਕੇ ਗਏ ਨੇ, ਇਉਂ ਕਹਿ ਲਓ। ਤੇ ਦੂਜੇ ਪਾਸੇ ਕੀ ਹੈ? ਧੁਨ ਉਪਜੈ ਸ਼ਬਦ ਨਿਸ਼ਾਨ। ਉਹਨਾਂ ਦੇ ਅੰਦਰ ਸ਼ਬਦ ਦੀ ਧੁਨ ਵੱਜਦੀ ਹੈ, ਧੌਂਸਾ ਵੱਜਦਾ, ਨਗਾਰਾ ਵੱਜਦਾ, ਅਨਹਦ ਨਾਦ ਵੱਜਣ ਲੱਗ ਪੈਂਦਾ ਹੈ, ਜਿਹਦੀ ਬਰਕਤ ਨਾਲ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਜੀਵਨ ਸਫਲ ਹੋ ਜਾਂਦਾ ਹੈ। ਸਾਧ ਸੰਗਤ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰਨੀ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ